ਕਈਆਂ ਨੇ ਤਾਂ ਕਿਹਾ ਕਿ ਇਹ ਕੰਮ ਕਰਨ ਦੀ ਕੀ ਲੋੜ ਸੀ, ਇਹ ਤਾਂ ਵਿਆਹ ਦੀ ਉਮਰ ਹੈ, ਤੁਸੀਂ ਵਿਆਹ ਹੀ ਕਰ ਦਿੰਦੇ। ਕੋਈ ਕਹਿ ਰਿਹਾ ਸੀ ਇਦੋਂ ਚੰਗਾ ਤਾਂ ਆਪਾਂ ਅਫਸਰ ਨਾਲ ਹੀ ਰਿਸ਼ਤਾ ਕਰਾ ਦਿੰਦੇ। ਕੋਈ ਕਹਿ ਰਿਹਾ ਸੀ ਕਿ ਇਹ ਫੀਲਡ ਤਾਂ ਕੁੜੀਆਂ ਦਾ ਹੈ ਹੀ ਨਹੀਂ। ਜਿੱਦਾਂ ਹੀ ਅਸੀਂ ਮੱਥਾ ਟੇਕਣ ਦੇ ਲਈ ਦਰਬਾਰ ਵਿੱਚ ਵੜੇ ਤਾਂ ਪਤਾ ਨਹੀਂ ਕੀ ਹੋਇਆ, ਮੇਰਾ ਰੋਣਾ ਨਿਕਲ ਗਿਆ। ਪ੍ਰੀਲਿਮਸ ਮੇਰਾ ਕਲੀਅਰ ਹੋ ਗਿਆ ਬਟ ਮੈਂ ਮੇਨਸ ਕਲੀਅਰ ਨਹੀਂ ਕਰ ਪਾਈ। ਥੋੜੇ ਟਾਈਮ ਦੇ ਵਿੱਚ ਮੇਰੇ ਕਈ ਹੋਰ ਐਗਜ਼ਾਮਸ ਵੀ ਕਲੀਅਰ ਹੋ ਗਏ ਸੀ, ਜਿੱਦਾਂ SSC CGL, ਪੰਜਾਬ ਪੁਲਿਸ, ASP ਜੇਲਸ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਿੱਦਾਂ ਹਰ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ, ਉੱਦਾਂ ਹੀ ਹਰ ਕਾਮਯਾਬ ਧੀ ਦੇ ਪਿੱਛੇ ਇੱਕ ਪਿਓ ਦਾ ਸਾਥ ਹੁੰਦਾ ਹੈ, ਜਿਹਨੇ ਲੋਕਾਂ ਦੀ ਨਹੀਂ ਆਪਣੀ ਧੀ ਦੀ ਸੁਣੀ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਰਮਾਨ ਹੈ ਤੇ ਮੈਂ ਜੌਰਾ IAS ਦੀ ਫਾਊਂਡਰ ਹਾਂ। ਛੋਟੇ ਹੁੰਦੇ ਲੋਕੀ ਟॉयਜ਼ ਨਾਲ ਖੇਡਦੇ ਸੀ ਤੇ ਮੈਂ ਕਿਤਾਬਾਂ ਪੜ੍ਹਦੀ ਸੀ। ਐਦਾਂ ਹੀ ਜਦੋਂ ਥੋੜਾ ਵੱਡੇ ਹੋਏ 9th ਸਟੈਂਡਰਡ ਵਿੱਚ ਇੱਕ ਦਿਨ ਮੇਰੇ ਸਕੂਲ ਦੇ ਐਨੂਅਲ ਫੰਕਸ਼ਨ ਤੇ ਇੱਕ IAS ਨੂੰ ਬੁਲਾਇਆ ਗਿਆ ਸੀ। ਉਹਨਾਂ ਨੂੰ ਦੇਖ ਕੇ ਮੈਂ ਬਹੁਤ ਮੋਟੀਵੇਟ ਹੋਈ ਤੇ ਮੈਂ ਵੀ ਆਪਣੇ ਮਨ ਵਿੱਚ ਸੋਚ ਲਿਆ ਕਿ ਮੈਂ ਵੀ ਹੁਣ ਵੱਡੇ ਹੋ ਕੇ IAS ਹੀ ਬਣਾਂਗੀ। ਜਿੱਦਾਂ ਹੀ ਮੈਂ 10th ਪਾਸ ਕੀਤੀ ਤਾਂ ਹੁਣ ਡਿਸਾਈਡ ਕਰਨ ਦਾ ਟਾਈਮ ਸੀ ਕਿ ਨੈਕਸਟ ਕੀ ਕਰਨਾ ਹੈ। ਉਸ ਸਮੇਂ ਦੋ ਹੀ ਆਪਸ਼ਨ ਸਮਝ ਆਉਂਦੀਆਂ ਸੀ, ਇੱਕ ਸੀ ਮੈਡੀਕਲ, ਦੂਸਰੀ ਸੀ ਨਾਨ ਮੈਡੀਕਲ। ਮੈਂ ਆਪਣੀ 11th 12th ਨਾਨ ਮੈਡੀਕਲ ਚੂਜ਼ ਕਰਕੇ BTech ਕੰਪਲੀਟ ਕਰ ਲਈ ਅਤੇ ਆਪਣੀ MBA ਬੈਂਕਿੰਗ ਐਂਡ ਇੰਸ਼ੋਰੈਂਸ ਵਿੱਚ ਖਤਮ ਕਰ ਲਈ। MBA ਕਰਦੇ ਹੀ ਮੈਂ ਆਪਣੀ UPSC PCS ਦੀ ਤਿਆਰੀ ਸ਼ੁਰੂ ਕਰ ਦਿੱਤੀ। PCS ਦਾ ਮਤਲਬ ਹੈ ਪੰਜਾਬ ਸਿਵਲ ਸਰਵਿਸਿਜ਼, ਤੇ ਇਸ ਐਗਜ਼ਾਮ ਨੂੰ ਕਲੀਅਰ ਕਰਕੇ ਤੁਸੀਂ SDM, DSP, ਤਹਿਸੀਲਦਾਰ, BDPO ਇੱਦਾਂ ਦੀਆਂ ਜੌਬਸ ਲੈ ਸਕਦੇ ਹੋ। PCS ਦਾ ਐਗਜ਼ਾਮ 3 ਸਟੇਜਸ ਦੇ ਵਿੱਚ ਕਰਾਇਆ ਜਾਂਦਾ ਹੈ। ਫਰਸਟ ਸਟੇਜ ਹੁੰਦੀ ਹੈ ਪ੍ਰੀਲਿਮਿਨਰੀ ਸਟੇਜ, ਜਿਹਦੇ ਵਿੱਚ MCQ ਬੇਸਡ ਟੈਸਟ ਲਿੱਤਾ ਜਾਂਦਾ ਹੈ। ਪ੍ਰੀਲਿਮਸ ਵੀ ਅੱਗੋਂ 2 ਪੇਪਰ ਹੁੰਦੇ ਹੈ। ਇੱਕ ਹੁੰਦਾ GS ਦਾ ਪੇਪਰ, ਜਿਹਦੇ ਵਿੱਚ ਜਨਰਲ ਨੌਲੇਜ ਚੈੱਕ ਕੀਤੀ ਜਾਂਦੀ ਹੈ। ਦੂਸਰਾ ਹੁੰਦਾ CSAT ਦਾ ਪੇਪਰ, ਜਿਹਦੇ ਵਿੱਚ ਤੁਹਾਡਾ ਐਪਟੀਟਿਊਡ ਚੈੱਕ ਕੀਤਾ ਜਾਂਦਾ ਹੈ। ਜਦੋਂ ਹੀ ਤੁਸੀਂ ਪ੍ਰੀਲਿਮਿਨਰੀ ਸਟੇਜ ਕਲੀਅਰ ਕਰ ਲੈਂਦੇ ਹੋ ਤਾਂ ਤੁਸੀਂ ਮੇਨਸ ਦੇ ਐਗਜ਼ਾਮ ਦੇ ਲਈ ਐਲੀਜੀਬਲ ਹੋ ਜਾਂਦੇ ਹੋ। ਹੁਣ ਮੇਨਸ ਦਾ ਐਗਜ਼ਾਮ ਰਿਟਨ ਐਗਜ਼ਾਮ ਹੁੰਦਾ ਹੈ। ਉੱਥੇ ਤੁਹਾਡੀ ਨੌਲੇਜ ਦੇ ਨਾਲ ਤੁਹਾਡੀ ਰਾਈਟਿੰਗ ਸਕਿੱਲਸ ਨੂੰ ਵੀ ਚੈੱਕ ਕੀਤਾ ਜਾਂਦਾ ਹੈ। ਮੇਨਸ ਨੂੰ ਕਲੀਅਰ ਕਰਨ ਤੋਂ ਬਾਅਦ ਤੁਹਾਡੀ ਲਾਸਟ ਤੇ ਫਾਈਨਲ ਸਟੇਜ ਹੁੰਦੀ ਹੈ ਇੰਟਰਵਿਊ, ਤੇ ਜੇ ਤੁਸੀਂ ਇੰਟਰਵਿਊ ਵੀ ਕਲੀਅਰ ਕਰ ਲੈਂਦੇ ਹੋ ਤਾਂ ਤੁਸੀਂ ਫਾਈਨਲੀ ਫਿਰ PCS ਸਿਲੈਕਟ ਹੋ ਜਾਂਦੇ ਹੋ। ਪਰ ਜੇ ਤੁਸੀਂ ਪੁਲਿਸ ਦੀ ਜੌਬ ਦੇ ਵਿੱਚ ਜਾਣਾ ਚਾਹੁੰਦੇ ਹੋ, ਜਿੱਦਾਂ ਕਿ DSP, DSP ਜੇਲਸ, ਤਾਂ ਨਾਲ ਇੱਕ ਫਿਜ਼ੀਕਲ ਟੈਸਟ ਵੀ ਐਡ ਆਨ ਹੋ ਜਾਂਦਾ ਹੈ। ਤਿਆਰੀ ਕਰਦੇ ਹਜੇ 5 ਮਹੀਨੇ ਹੀ ਹੋਏ ਸੀਗੇ ਕਿ PCS ਦੀ ਨੋਟੀਫਿਕੇਸ਼ਨ ਆ ਗਈ। ਮੈਂ ਸੋਚਿਆ ਕਿ ਇੱਕ ਵਾਰੀ ਐਗਜ਼ਾਮ ਦੇ ਕੇ ਦੇਖ ਲੈਣੀ ਹੈ, ਥੋੜਾ ਐਕਸਪੀਰੀਅੰਸ ਮਿਲ ਜਾਊਗਾ। ਪ੍ਰੀਲਿਮਸ ਮੇਰਾ ਕਲੀਅਰ ਹੋ ਗਿਆ ਬਟ ਮੈਂ ਮੇਨਸ ਕਲੀਅਰ ਨਹੀਂ ਕਰ ਪਾਈ। ਮੈਨੂੰ ਕੁਝ ਖਾਸ ਬੁਰਾ ਨਹੀਂ ਲੱਗਿਆ ਕਿਉਂਕਿ ਉਸ ਸਮੇਂ ਮੇਰੀ ਤਿਆਰੀ ਪੂਰੀ ਹੀ ਨਹੀਂ ਸੀ। ਮੈਂ ਆਪਣੀ ਕੋਚਿੰਗ ਕੰਪਲੀਟ ਹੁੰਦਿਆਂ ਹੀ ਆਪਣੇ ਘਰ ਬਠਿੰਡਾ ਵਾਪਸ ਆ ਗਈ ਅਤੇ ਆਪਣੀ ਤਿਆਰੀ ਜਾਰੀ ਰੱਖੀ। ਥੋੜੇ ਟਾਈਮ ਦੇ ਵਿੱਚ ਮੇਰੇ ਕਈ ਹੋਰ ਐਗਜ਼ਾਮਸ ਵੀ ਕਲੀਅਰ ਹੋ ਗਏ ਸੀ, ਜਿੱਦਾਂ SSC CGL, ਪੰਜਾਬ ਪੁਲਿਸ, ASP ਜੇਲਸ, ਪਰ ਮੇਰਾ ਅਲਟੀਮੇਟ ਗੋਲ UPSC ਤੇ PCS ਕਲੀਅਰ ਕਰਨਾ ਹੀ ਸੀ। ਫਿਰ ਮਾਰਚ 2020 ਦੇ ਵਿੱਚ ਲੋਕਡਾਊਨ ਲੱਗ ਗਿਆ। ਲਾਕਡਾਊਨ ਦੇ ਕਾਰਨ PCS ਦਾ ਐਗਜ਼ਾਮ ਡਿਲੇ ਹੁੰਦਾ ਜਾ ਰਿਹਾ ਸੀ। ਕਾਫੀ ਡਿਲੇ ਹੋਣ ਤੋਂ ਬਾਅਦ ਫਾਈਨਲੀ PCS ਦੀ ਨੋਟੀਫਿਕੇਸ਼ਨ ਆ ਗਈ। ਮੈਂ ਬਹੁਤ ਖੁਸ਼ ਹੋਈ ਤੇ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਐਗਜ਼ਾਮ ਤੋਂ ਕੁਝ ਦਿਨ ਪਹਿਲਾਂ ਮੈਨੂੰ ਵੀ ਕੋਵਿਡ ਹੋ ਗਿਆ। ਜਿਹੜੇ ਦਿਨਾਂ ਵਿੱਚ ਮੈਂ ਰਿਵਿਜ਼ਨਸ ਕਰਨੀਆਂ ਸੀ, ਉਹ ਸਾਰੇ ਦਿਨ ਮੇਰੇ ਕੋਵਿਡ ਵਿੱਚ ਹੀ ਨਿਕਲ ਗਏ। ਮੇਰਾ ਐਗਜ਼ਾਮ ਵਧੀਆ ਨਹੀਂ ਹੋਇਆ ਅਤੇ ਮੈਂ ਐਗਜ਼ਾਮ ਵਿੱਚੋਂ ਫੇਲ ਹੋ ਗਈ। ਮੇਰਾ ਹੌਸਲਾ ਟੁੱਟ ਗਿਆ ਸੀ। ਅੱਗੇ ਕੁਝ ਹੋਰ ਦਿਖ ਨਹੀਂ ਰਿਹਾ ਸੀ। ਨਾ ਹੀ ਮੈਂ ਕਿਸੇ ਨੂੰ ਆਪਣੇ ਇਮੋਸ਼ਨਸ ਦੱਸ ਰਹੀ ਸੀ, ਨਾ ਹੀ ਆਪਣੀ ਉਦਾਸੀ ਕਿਸੇ ਅੱਗੇ ਉਜਾਗਰ ਕਰ ਰਹੀ ਸੀ। ਮੈਨੂੰ ਲੱਗਦਾ ਸੀ ਕਿ ਅਗਰ ਮੈਂ ਜੇ ਉਦਾਸ ਹੋ ਗਈ ਤਾਂ ਮੇਰੇ ਪੇਰੈਂਟਸ ਵੀ ਮੈਨੂੰ ਦੇਖ ਕੇ ਉਦਾਸ ਹੋ ਜਾਣਗੇ। ਮੈਂ ਆਪਣੇ ਇਮੋਸ਼ਨਸ ਆਪਣੇ ਅੰਦਰ ਹੀ ਦਬਾ ਲਏ। ਐਦਾਂ ਹੀ ਇੱਕ ਸੰਗਰਾਂਦ ਵਾਲੇ ਦਿਨ ਮੇਰੇ ਮਾਤਾ ਪਿਤਾ ਮੈਨੂੰ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਦਰਸ਼ਨ ਕਰਾਉਣ ਦੇ ਲਈ ਲੈ ਗਏ। ਉਹ ਸੰਗਰਾਂਦ ਦਾ ਦਿਨ ਸੀ ਤਾਂ ਬਹੁਤ ਰਸ਼ ਸੀ। ਜਿੱਦਾਂ ਹੀ ਅਸੀਂ ਮੱਥਾ ਟੇਕਣ ਦੇ ਲਈ ਦਰਬਾਰ ਵਿੱਚ ਵੜੇ ਤਾਂ ਪਤਾ ਨਹੀਂ ਕੀ ਹੋਇਆ, ਮੇਰਾ ਰੋਣਾ ਨਿਕਲ ਗਿਆ। ਮੈਂ ਰੋ ਰਹੀ ਸੀ ਤੇ ਉੱਥੇ ਮੌਜੂਦ ਸਾਰੇ ਲੋਕ ਮੈਨੂੰ ਦੇਖ ਰਹੇ ਸੀ। ਬਹੁਤ ਇੰਬੈਰਸਿੰਗ ਮੂਮੈਂਟ ਸੀ ਉਹ। ਮੈਂ ਇੱਕ ਵਾਰ ਬਿਨਾਂ ਮੱਥਾ ਟੇਕੇ ਦਰਬਾਰ ਵਿੱਚੋਂ ਬਾਹਰ ਆ ਗਈ। ਮੇਰੇ ਪਿੱਛੇ ਮੇਰੇ ਪੇਰੈਂਟਸ ਵੀ ਬਾਹਰ ਆ ਗਏ। ਉਹ ਵੀ ਮੈਨੂੰ ਦੇਖ ਕੇ ਬਹੁਤ ਦੁਖੀ ਸੀ। ਉਸ ਦਿਨ ਮੈਂ ਆਪਣੇ ਮਨ ਵਿੱਚ ਸੋਚ ਲਿਆ ਸੀ ਕਿ ਅੱਜ ਜਿੰਨਾ ਰੋਲਿਆ ਰੋਣਾ, ਅੱਜ ਤੋਂ ਬਾਅਦ ਮੈਂ ਕਦੇ ਨਹੀਂ ਰੋਣਾ। ਉਹ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਸੀ। ਮੈਂ ਮਨ ਬਣਾ ਕੇ ਆਈ ਸੀ ਕਿ ਹੁਣ ਇਹ ਚੀਜ਼ ਨੂੰ ਮੈਂ ਇੱਥੇ ਹੀ ਛੱਡ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਹੈ। ਘਰ ਆਉਂਦਿਆਂ ਹੀ ਮੈਂ UPSC PCS ਕੋਚਿੰਗ ਇੰਸਟੀਟਿਊਟਸ ਵਿੱਚ ਜੌਬ ਲਈ ਅਪਲਾਈ ਕਰ ਦਿੱਤਾ ਅਤੇ 3 ਇੰਸਟੀਟਿਊਟਸ ਵਿੱਚ ਮੇਰੀ ਸਿਲੈਕਸ਼ਨ ਵੀ ਹੋ ਗਈ ਸੀ। ਮੈਂ ਆਪਣੇ ਮਨ ਵਿੱਚ ਸੋਚ ਲਿਆ ਸੀ ਕਿ ਜੇ ਮੇਰਾ ਨਹੀਂ ਕਲੀਅਰ ਹੋਇਆ ਤਾਂ ਮੈਂ ਕਿਸੇ ਹੋਰ ਬੱਚੇ ਦਾ ਜ਼ਰੂਰ ਕਲੀਅਰ ਕਰਾਉਣਾ ਹੈ। ਮੈਂ ਬੱਚਿਆਂ ਨੂੰ ਪੜ੍ਹਾਉਂਦੀ ਰਹੀ ਤੇ ਅੱਗੋਂ ਰਿਸਪੌਂਸ ਵੀ ਬਹੁਤ ਚੰਗਾ ਮਿਲਦਾ ਰਿਹਾ। ਮੇਰੇ ਪੜ੍ਹਾਏ ਹੋਏ ਸਟੂਡੈਂਟਸ ਇੱਕ ਨਹੀਂ ਕਈ ਐਗਜ਼ਾਮਸ ਵਿੱਚ ਸਿਲੈਕਟ ਹੋ ਰਹੇ ਸੀ ਅਤੇ ਇੱਦਾਂ ਹੀ ਕਈ ਹੋਰ ਸਟੂਡੈਂਟਸ ਨਾਲ ਜੁੜਦੇ ਵੀ ਗਏ। ਇਹ ਕੰਮ ਆਨਲਾਈਨ ਹੀ ਚੱਲ ਰਿਹਾ ਸੀ ਤਾਂ ਮੈਂ ਇੱਕ ਵਾਰ ਆਪਣੇ ਘਰ ਛੱਡ ਕੇ ਆਪਣੀ ਸਿਸਟਰ ਕੋਲ ਰਹਿਣ ਚਲੀ ਗਈ ਸੀ। ਮੈਨੂੰ ਲੱਗਦਾ ਸੀ ਜੇ ਮੈਂ ਆਪਣਾ ਜਗ੍ਹਾ ਬਦਲ ਕੇ ਦੇਖੂੰਗੀ ਤਾਂ ਸ਼ਾਇਦ ਮੇਰਾ ਮਾਈਂਡ ਵੀ ਡਾਇਵਰਟ ਹੋ ਜਾਊਗਾ।
ਉੱਥੇ ਵੀ ਇੱਦਾਂ ਜੌਬ ਵਧੀਆ ਚੱਲਦੀ ਰਹੀ ਤਾਂ ਇੱਕ ਦਿਨ ਮੇਰੀ ਸਿਸਟਰ ਨੇ ਮੈਨੂੰ ਸਮਝਾਇਆ ਕਿ ਤੂੰ ਆਪਣਾ ਹੀ ਕੋਈ ਆਨਲਾਈਨ ਐਡਟੈਕ ਸਟਾਰਟਅਪ ਕਰ ਲੈ। ਕਿਤੇ ਨਾ ਕਿਤੇ ਮੇਰੇ ਮਨ ਵਿੱਚ ਵੀ ਸੀ ਕਿ ਮੈਂ ਆਪਣਾ ਕੁਝ ਕਰਨਾ ਹੈ, ਬਟ ਉਹਨਾਂ ਦਾ ਇੰਨਾ ਕਹਿਣਾ ਮੇਰੇ ਲਈ ਬਹੁਤ ਸੀ। ਮੇਰਾ ਹੌਸਲਾ ਵੱਧ ਗਿਆ ਤੇ ਮੇਰਾ ਇਰਾਦਾ ਵੀ ਪੱਕਾ ਹੋ ਗਿਆ। ਬਠਿੰਡਾ ਆਂਦੇ ਹੀ ਮੈਂ ਆਪਣਾ ਸਾਰਾ ਪੇਪਰ ਵਰਕ ਕੰਪਲੀਟ ਕਰ ਲਿਆ। ਹੁਣ ਕਿਸੇ ਵੀ ਐਡਟੈਕ ਸਟਾਰਟਅਪ ਦੇ ਲਈ ਇੱਕ ਵਰਕਿੰਗ ਵੈਬਸਾਈਟ ਹੋਣਾ ਬਹੁਤ ਜ਼ਰੂਰੀ ਹੈ ਤੇ ਇੱਕ ਵੈਬਸਾਈਟ ਬਣਵਾਉਣ ਦੀ ਕਾਸਟ ਵੀ ਬਹੁਤ ਆਉਂਦੀ ਹੈ। ਕਿਉਂਕਿ ਮੈਂ ਆਪਣੀ ਇੰਜੀਨੀਅਰਿੰਗ ਕੰਪਿਊਟਰ ਸਾਇੰਸ ਵਿੱਚ ਕੀਤੀ ਹੋਈ ਸੀ ਤਾਂ ਮੈਂ ਇੱਕ ਵਾਰ ਇੱਕ ਸਿੰਪਲ ਜੀ ਵੈਬਸਾਈਟ ਆਪ ਹੀ ਬਣਾ ਕੇ ਆਪਣਾ ਕੰਮ ਸਟਾਰਟ ਕਰ ਦਿੱਤਾ। ਘਰ ਵਿੱਚ ਹੀ ਇੱਕ ਛੋਟਾ ਜਿਹਾ ਆਫਿਸ ਖੋਲ੍ਹ ਲਿਆ ਤੇ ਆਨਲਾਈਨ ਕਲਾਸਿਸ ਲੈਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੈਂ ਆਪਣੇ ਇੰਸਟੀਚਿਊਟ ਦੀ ਸ਼ੁਰੂਆਤ ਕੀਤੀ ਤਾਂ ਲੋਕਾਂ ਵੱਲੋਂ ਬਹੁਤ ਸਵਾਲ ਆਏ ਕਿ ਤੇਰਾ ਆਪਣਾ ਤਾਂ ਕਲੀਅਰ ਨਹੀਂ ਹੋਇਆ, ਤੂੰ UPSC PCS ਵਾਲੇ ਬੱਚਿਆਂ ਨੂੰ ਕਿੱਦਾਂ ਪੜ੍ਹਾਏਂਗੀ। ਤਾਂ ਮੇਰਾ ਇੱਕੋ ਹੀ ਜਵਾਬ ਸੀ ਕਿ ਜੋ ਗਲਤੀਆਂ ਮੈਂ ਕੀਤੀਆਂ ਮੈਂ ਨਹੀਂ ਚਾਹੁੰਦੀ ਕਿ ਅੱਗੇ ਕੋਈ ਹੋਰ ਕਰੇ, ਤੇ ਜੇ ਮੈਂ ਪੜ੍ਹਾਉਂਗੀ ਆਪਣੇ ਐਕਸਪੀਰੀਐਂਸਿਸ ਵੀ ਉਹਨਾਂ ਦੇ ਨਾਲ ਸ਼ੇਅਰ ਕਰ ਸਕਦੀ ਹਾਂ ਤੇ ਇੱਕ ਐਕਸਪੀਰੀਐਂਸ ਇਨਸਾਨ ਹੀ ਇੱਕ ਚੰਗਾ ਗਾਈਡ ਵੀ ਬਣ ਸਕਦਾ ਹੈ। ਮੈਂ ਪੜ੍ਹਾ ਵੀ ਖੁਦ ਰਹੀ ਸੀ, ਮਾਰਕੀਟਿੰਗ ਵੀ ਖੁਦ ਕਰ ਰਹੀ ਸੀ, ਇੰਸਟੀਚਿਊਟ ਦਾ ਸਾਰਾ ਕੰਮ ਆਪ ਦੇਖ ਰਹੀ ਸੀ, ਨੋਟਸ ਆਪ ਐਡਿਟ ਕਰ ਰਹੀ ਸੀ, ਟੈਸਟ ਆਪ ਬਣਾ ਰਹੀ ਸੀ। ਜਦੋਂ ਵੀ ਤੁਸੀਂ ਕੁਝ ਨਵਾਂ ਕਰਦੇ ਹੋ ਤਾਂ ਤੁਹਾਨੂੰ ਇੱਕ ਵਾਰ ਸਾਰਾ ਕੰਮ ਖੁਦ ਹੀ ਕਰਨਾ ਪੈਂਦਾ ਹੈ ਕਿਉਂਕਿ ਐਕਸਪੈਂਸਿਸ ਪਹਿਲਾਂ ਹੀ ਬਹੁਤ ਹੁੰਦੇ ਹੈ। ਬਟ ਇਹ ਇੱਕ ਨਵਾਂ ਐਕਸਪੀਰੀਐਂਸ ਸੀ ਤਾਂ ਮੈਂ ਡੇਲੀ ਕੁਝ ਨਾ ਕੁਝ ਸਿੱਖ ਰਹੀ ਸੀ। ਇੱਦਾਂ ਹੀ ਪੜ੍ਹਾਉਂਦੇ ਮੈਂ ਇੱਕ ਵਾਰ ਫ੍ਰੀ ਆਨਲਾਈਨ ਡੈਮੋਜ਼ ਦੇਣੇ ਸਟਾਰਟ ਕਰ ਦਿੱਤੇ ਤਾਂ ਕਿ ਹੋਰ ਸਟੂਡੈਂਟਸ ਮੇਰੇ ਨਾਲ ਜੁੜ ਜਾਣ। ਆਨਲਾਈਨ ਡੈਮੋਜ਼ ਦਿੰਦੇ ਕਈ ਸਟੂਡੈਂਟਸ ਜੁੜਦੇ ਗਏ ਤੇ ਆਨਲਾਈਨ ਪਲੇਟਫਾਰਮ ਵੀ ਮੇਰਾ ਪਪੂਲਰ ਹੁੰਦਾ ਗਿਆ। ਜਿੱਦਾਂ ਥੋੜਾ ਫੈਮਿਲੀ ਨੂੰ ਲੱਗਿਆ ਕਿ ਮੇਰਾ ਪਲੇਟਫਾਰਮ ਠੀਕ ਚੱਲ ਰਿਹਾ ਤੇ ਹੋ ਸਕਦਾ ਮੈਂ ਅੱਗੇ ਜਾ ਕੇ ਇਨ ਫਿਊਚਰ ਹੋਰ ਵੱਧ ਜਾਵਾਂ, ਤਾਂ ਉਹਨਾਂ ਨੇ ਕਿਹਾ ਕਿ ਤੂੰ ਆਫਲਾਈਨ ਸਵਿਚ ਕਰ ਲੈ। ਹੁਣ ਲੋਕਡਾਊਨ ਵੀ ਖੁੱਲ ਰਿਹਾ ਹੈ, ਕਲਾਸਿਸ ਵੀ ਖੁੱਲ ਰਹੀਆਂ ਤੇ ਤੈਨੂੰ ਆਫਲਾਈਨ ਆਉਣਾ ਚਾਹੀਦਾ ਹੈ। ਉਸ ਟਾਈਮ ਮੈਂ ਬਹੁਤ ਡਰ ਗਈ ਸੀ ਕਿਉਂਕਿ ਆਫਲਾਈਨ ਆਉਣਾ ਈਜ਼ੀ ਨਹੀਂ ਹੈ। ਪਹਿਲਾਂ ਹੀ ਬਹੁਤ ਕੰਪੈਟੀਟਰਸ ਵੈਲ ਐਸਟੈਬਲਿਸ਼ਡ ਹੈ। ਉਸ ਤੋਂ ਇਲਾਵਾ ਆਫਲਾਈਨ ਆਉਣ ਦੇ ਐਕਸਪੈਂਸਿਸ ਬਹੁਤ ਜ਼ਿਆਦਾ ਹੈ। ਰੈਂਟ, ਇਲੈਕਟ੍ਰਿਸਿਟੀ, ਸਟਾਫ ਤੇ ਹੋਰ ਕਈ ਖਰਚੇ ਹੁੰਦੇ ਹੈ। ਇਹ ਸਭ ਸੋਚਣ ਤੋਂ ਬਾਅਦ ਜੇ ਮੈਂ ਬਾਈ ਚਾਂਸ ਰਿਸਕ ਲੈ ਕੇ ਆਫਲਾਈਨ ਖੋਲ੍ਹ ਵੀ ਲਵਾਂ ਤੇ ਜੇ ਮੈਂ ਫੇਲ ਹੋ ਗਈ ਫਿਰ ਕੀ ਹੋਊਗਾ। ਤਾਂ ਉਹਨੇ ਉਸ ਸਮੇਂ ਮੈਨੂੰ ਇੱਕੋ ਗੱਲ ਕਹੀ ਸੀ ਕਿ ਤੂੰ ਇੱਕ ਵਾਰ ਰਿਸਕ ਲੈ, ਕੋਈ ਪ੍ਰੋਬਲਮ ਹੋਊਗੀ ਅਸੀਂ ਤੇਰੇ ਪਿੱਛੇ ਖੜੇ ਹਾਂ। ਉਹਨਾਂ ਦਾ ਇੰਨਾ ਕਹਿਣ ਦੇ ਨਾਲ ਮੇਰਾ ਹੌਸਲਾ ਅਫਜ਼ਾਈ ਹੋ ਗਈ ਤੇ ਉਸੇ ਦਿਨ ਹੀ ਮੈਂ ਤੇ ਮੇਰਾ ਬ੍ਰਦਰ ਅਸੀਂ ਸਾਰੀਆਂ ਆਫਲਾਈਨ ਲੋਕੇਸ਼ਨਸ ਚੈੱਕ ਕਰਨ ਦੇ ਲਈ ਚਲੇ ਗਏ। ਪੂਰਾ ਦਿਨ ਲੋਕੇਸ਼ਨਸ ਦੇਖਣ ਤੋਂ ਬਾਅਦ ਫਾਈਨਲੀ ਇੱਕ ਲੋਕੇਸ਼ਨ ਪਸੰਦ ਆਈ, ਪਰ ਉਹਦਾ ਰੈਂਟ ਬਹੁਤ ਸੀ, ਰਿਸਕ ਬਹੁਤ ਵੱਡਾ ਸੀ। ਪਰ ਮੈਂ ਸੋਚਿਆ ਕਿ ਇੱਕ ਵਾਰੀ ਜ਼ਿੰਦਗੀ 'ਚ ਰਿਸਕ ਲੈ ਕੇ ਦੇਖਦੀ ਹਾਂ, ਸਕਸੈਸ ਜੇ ਟੈਲੈਂਟ ਹੋਊਗਾ ਤਾਂ ਜ਼ਰੂਰ ਮਿਲੂਗਾ। 13 ਦਿਨਾਂ ਦੇ ਵਿੱਚ ਸਾਰਾ ਇਨਫਰਾਸਟ੍ਰਕਚਰ ਕੰਪਲੀਟ ਹੋ ਗਿਆ ਸੀ ਤੇ 14th ਦੇ ਇਨੋਗ੍ਰੇਸ਼ਨ ਵੀ ਹੋ ਗਈ ਸੀ। ਹੁਣ ਜਿਸ ਦਿਨ ਇਨੋਗ੍ਰੇਸ਼ਨ ਹੋਈ ਲੋਕਾਂ ਦਾ ਮਿਕਸਡ ਰਿਸਪੌਂਸ ਸੀ। ਕੋਈ ਲੋਕ ਤਾਂ ਬਹੁਤ ਹੀ ਖੁਸ਼ ਸੀ ਕਿ ਇੱਕ ਕੁੜੀ ਨੇ ਇਨੀਸ਼ੀਏਟਿਵ ਲਿੱਤਾ ਹੈ, ਕੁਝ ਲੋਕ ਨਾਰਾਜ਼ ਵੀ ਸੀ। ਮੈਨੂੰ ਵੀ ਤੇ ਮੇਰੇ ਪੇਰੈਂਟਸ ਨੂੰ ਵੀ ਬਹੁਤ ਗੱਲਾਂ ਸੁਣਨ ਨੂੰ ਮਿਲੀਆਂ। ਕਈਆਂ ਨੇ ਤਾਂ ਕਿਹਾ ਕਿ ਇਹ ਕੰਮ ਕਰਨ ਦੀ ਕੀ ਲੋੜ ਸੀ, ਇਹ ਤਾਂ ਵਿਆਹ ਦੀ ਉਮਰ ਹੈ, ਤੁਸੀਂ ਵਿਆਹ ਹੀ ਕਰ ਦਿੰਦੇ। ਕੋਈ ਕਹਿ ਰਿਹਾ ਸੀ ਇਦੋਂ ਚੰਗਾ ਤਾਂ ਆਪਾਂ ਅਫਸਰ ਨਾਲ ਹੀ ਰਿਸ਼ਤਾ ਕਰਾ ਦਿੰਦੇ। ਕੋਈ ਕਹਿ ਰਿਹਾ ਸੀ ਕਿ ਇਹ ਫੀਲਡ ਤਾਂ ਕੁੜੀਆਂ ਦਾ ਹੈ ਹੀ ਨਹੀਂ, ਤੁਸੀਂ ਇਹਨੂੰ ਗਲਤ ਚੱਕਰਾਂ 'ਚ ਫਸਾ ਦਿੱਤਾ ਹੈ। ਉਸ ਸਮੇਂ ਮੈਂ ਵੀ ਤੇ ਮੇਰੇ ਪਰਿਵਾਰ ਨੇ ਵੀ ਸੁਣੀ ਸਭ ਦੀ, ਪਰ ਅਸੀਂ ਕੀਤੀ ਆਪਣੀ। ਨਾ ਹੀ ਮੈਨੂੰ ਕਿਸੇ ਦੀ ਗੱਲਾਂ ਦਾ ਕੋਈ ਫਰਕ ਪੈ ਰਿਹਾ ਸੀ। ਮੈਂ ਸਟਰਗਲ ਲਈ ਰੈਡੀ ਸੀ। ਹੁਣ ਅਸਲੀ ਸਟਰਗਲ ਦਾ ਫੇਜ਼ ਸਟਾਰਟ ਹੋਣ ਵਾਲਾ ਸੀ। 19 ਦਸੰਬਰ 2021 ਨੂੰ ਇਨੋਗ੍ਰੇਸ਼ਨ ਹੋ ਗਈ ਸੀ ਤੇ 1 ਜਨਵਰੀ 2022 ਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਦੁਬਾਰਾ ਲਾਕਡਾਊਨ ਅਨਾਉਂਸ ਕਰ ਦਿੱਤਾ ਗਿਆ ਸੀ। ਮੇਰਾ ਹੌਸਲਾ ਟੁੱਟ ਗਿਆ ਸੀ ਕਿਉਂਕਿ ਚਾਹੇ ਲਾਕਡਾਊਨ ਲੱਗਿਆ ਹੈ ਪਰ ਖਰਚੇ ਤਾਂ ਸਾਰੇ ਫਿਰ ਵੀ ਪੈਣੇ ਹੀ ਸੀ। ਰੈਂਟ ਵੀ ਦੇਣਾ ਸੀ, ਇਲੈਕਟ੍ਰਿਸਿਟੀ ਬਿਲਸ ਵੀ ਦੇਣੇ ਸੀ, ਸੈਲਰੀਜ਼ ਵੀ ਦੇਣੀਆਂ ਸੀ। ਬਹੁਤ ਹੌਸਲਾ ਇਕੱਠਾ ਕਰਕੇ ਜਿੰਨੀਆਂ ਇਨੀਸ਼ੀਅਲੀ 12 ਦਿਨਾਂ ਦੇ ਵਿੱਚ ਐਡਮਿਸ਼ਨਸ ਆਈਆਂ ਸੀ, ਮੈਂ ਇੱਕ ਵਾਰੀ ਉਹਨਾਂ ਨਾਲ ਹੀ ਆਨਲਾਈਨ ਬੈਚ ਸਟਾਰਟ ਕਰ ਦਿੱਤਾ। ਰੋਟੇਸ਼ਨ ਵਾਈਜ਼ 2-2 ਸਟੂਡੈਂਟਸ ਨੂੰ ਬੁਲਾ ਕੇ ਮੈਂ ਪਰਸਨਲ ਐਕਸਪੀਰੀਐਂਸਿਸ ਤੇ ਪਰਸਨਲਾਈਜ਼ ਸੈਸ਼ਨਸ ਵੀ ਦੇਣੇ ਸਟਾਰਟ ਕਰ ਦਿੱਤੇ। ਹੌਲੀ-ਹੌਲੀ 1.5 ਮਹੀਨੇ ਬਾਅਦ ਲਾਕਡਾਊਨ ਖੁੱਲ੍ਹ ਗਿਆ। ਮੈਨੂੰ ਥੋੜਾ ਰਿਲੀਫ ਮਿਲੀ। ਜਿੰਨੇ ਪੁਰਾਣੇ ਸਟੂਡੈਂਟ ਸੀ ਉਹਨਾਂ ਦੀ ਰੈਫਰੈਂਸਿਸ ਤੋਂ ਹੁਣ ਨਵੀਆਂ ਐਡਮਿਸ਼ਨ ਸਟਾਰਟ ਹੋਣੀਆਂ ਸ਼ੁਰੂ ਹੋ ਗਈਆਂ ਸੀ। ਹੌਲੀ-ਹੌਲੀ ਸਟੂਡੈਂਟ ਰੈਫਰੈਂਸਿਸ ਤੋਂ ਹੀ ਕਰਾਊਡ ਵੱਧਦਾ ਗਿਆ। ਜੋ ਕਲਾਸਿਸ ਮੈਨੂੰ ਲੱਗਦਾ ਸੀ ਕਿ ਇਹ ਕਦੇ ਭਰ ਵੀ ਜਾਣਗੀਆਂ, ਹੁਣ ਉਹ ਕਲਾਸਿਸ ਛੋਟੀਆਂ ਪੈ ਰਹੀਆਂ ਸੀ। ਪਰ ਇੱਕ ਚੈਲੰਜ ਹਜੇ ਵੀ ਬਾਕੀ ਸੀ। ਸਰਦੀਆਂ ਦੇ ਦਿਨਾਂ ਵਿੱਚ ਪੰਜਾਬ ਵਿੱਚ ਤੇ ਨਾਰਥ ਇੰਡੀਆ ਦੇ ਵਿੱਚ ਹਨੇਰਾ ਜਲਦੀ ਹੋ ਜਾਂਦਾ ਹੈ। ਐਦਾਂ ਹੀ ਇੱਕ ਦਿਨ ਮੈਂ ਤੇ ਮੇਰਾ ਸਟਾਫ 6 ਵਜੇ ਇੰਸਟੀਚਿਊਟ ਕਲੋਜ਼ ਕਰਕੇ ਘਰ ਜਾਣ ਦੀ ਤਿਆਰੀ ਕਰ ਰਹੇ ਸੀ। ਉਸੇ ਦਿਨ ਹੀ ਮੇਰੇ ਫਾਦਰ ਦੀ ਸਰਜਰੀ ਵੀ ਸੀ ਤੇ ਮੈਨੂੰ ਘਰ ਜਾਣ ਦੀ ਬਹੁਤ ਜਲਦੀ ਸੀ। ਇੰਸਟੀਚਿਊਟ ਦੇ ਲੌਕ ਲਗਾ ਕੇ ਮੈਂ ਕਾਰ ਵਿੱਚ ਬੈਠ ਗਈ। ਮੇਰੇ ਬਿਲਕੁਲ ਸਾਹਮਣੇ ਗਰੁੱਪ ਬਣਾ ਕੇ ਕੁਝ ਮੁੰਡੇ ਪਬਲਿਕਲੀ ਡਰਿੰਕ ਕਰ ਰਹੇ ਸੀ। ਮੈਨੂੰ ਲੱਗਿਆ ਕਿ ਜਦੋਂ ਮੈਂ ਕਾਰ ਸਟਾਰਟ ਕਰੂੰਗੀ, ਹੈਡਲਾਈਟ ਆਨ ਕਰੂੰਗੀ, ਹੌਰਨ ਦਊਂਗੀ ਤਾਂ ਹੋ ਸਕਦਾ ਉਹ ਰਸਤਾ ਦੇ ਦੇਣਗੇ। ਮੈਂ ਕਾਰ ਸਟਾਰਟ ਕਰ ਲਈ, ਹੈਡਲਾਈਟਸ ਆਨ ਕਰ ਲਈਆਂ ਤੇ 1-2 ਹੌਰਨ ਦਿੱਤੇ ਕਿ ਸ਼ਾਇਦ ਉਹਨਾਂ ਨੂੰ ਸਮਝ ਆ ਜਾਏਗਾ ਤੇ ਉਹ ਰਸਤਾ ਦੇ ਦੇਣਗੇ, ਆਪਣੀ ਕਾਰ ਸਾਈਡ ਕਰ ਲੈਣਗੇ। ਬਟ ਇੱਦਾਂ ਨਹੀਂ ਹੋਇਆ। ਮੈਂ 2-4 ਮਿੰਟ ਵੇਟ ਕੀਤੀ, ਮੈਂ ਦੁਬਾਰਾ ਹੌਰਨ ਦਿੱਤੇ,
ਉਹਨਾਂ ਨੇ ਫਿਰ ਵੀ ਨਹੀਂ ਰਸਤਾ ਦਿੱਤਾ। ਉੱਪਰੋਂ ਉਹ ਮੈਨੂੰ ਉੱਥੇ ਸਾਹਮਣੇ ਹੀ ਖੜੇ ਹੋ ਕੇ ਗਲਤ ਬੋਲ ਰਹੇ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਸ ਸਿਚੁਏਸ਼ਨ ਦੇ ਵਿੱਚੋਂ ਬਾਹਰ ਕਿਵੇਂ ਨਿਕਲਣਾ ਹੈ। ਇੱਕ ਮੈਨੂੰ ਆਪਣੇ ਫਾਦਰ ਦੀ ਟੈਨਸ਼ਨ ਵੀ ਸੀ। ਬਹੁਤ ਹਿੰਮਤ ਕਰਕੇ ਮੈਂ ਪੀਸੀਆਰ ਨੂੰ 100 ਨੰਬਰ 'ਤੇ ਫ਼ੋਨ ਕੀਤਾ। 10 ਮਿੰਟਾਂ ਦੇ ਅੰਦਰ ਅੰਦਰ ਪੀਸੀਆਰ ਮੌਕੇ 'ਤੇ ਪਹੁੰਚ ਗਈ ਸੀ ਅਤੇ ਉਹਨਾਂ ਨੇ ਸਿਚੁਏਸ਼ਨ ਵੀ ਸੰਭਾਲ ਲਈ। ਪਰ ਇਹ ਇਨਸੀਡੈਂਟ ਭੁੱਲਣ ਦੇ ਲਈ ਮੈਨੂੰ ਕਈ ਦਿਨ ਲੱਗ ਗਏ। ਹਜੇ ਵੀ ਲੋਕੀ ਫੀਮੇਲ ਲੈਡ ਸਟਾਰਟਅਪਸ ਨੂੰ ਐਕਸੈਪਟ ਨਹੀਂ ਕਰ ਪਾ ਰਹੇ। ਜਦੋਂ ਵੀ ਕੋਈ ਇੰਸਟੀਟਿਊਟ ਦੇ ਵਿੱਚ ਮਾਰਕੀਟਿੰਗ ਰਿਪਰੈਜ਼ੈਂਟੇਟਿਵ ਆਉਂਦਾ ਹੈ ਤਾਂ ਉਹ ਵੀ ਇੱਕੋ ਗੱਲ ਕਹਿੰਦਾ, ਸਰ ਨੂੰ ਮਿਲਾ ਦਿਓ। ਸਰ ਕਦੋਂ ਮਿਲਣਗੇ? ਇਸ ਇੰਸਟੀਟਿਊਟ ਦਾ ਹੈੱਡ ਕੌਣ ਹੈ? ਤਾਂ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹਿੰਦੀ ਹਾਂ ਕਿ ਇੱਥੇ ਕੋਈ ਸਰ ਨਹੀਂ ਹੈ, ਇੱਥੇ ਸਿਰਫ ਮੈਡਮ ਹੈ। ਜਿਨ੍ਹਾਂ ਨੂੰ ਲੱਗਦਾ ਹੈ ਇੰਡੀਆ ਦੇ ਵਿੱਚ ਕੁਛ ਨਹੀਂ ਹੈ, ਪੰਜਾਬ ਦੇ ਵਿੱਚ ਕੁਛ ਨਹੀਂ ਹੈ, ਤਾਂ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹਿਣਾ ਚਾਹੂੰਗੀ ਕਿ ਮੈਂ ਵੀ ਬਠਿੰਡਾ ਵਰਗੇ ਛੋਟੇ ਜਿਹੇ ਸ਼ਹਿਰ ਵਿੱਚ ਰਹਿ ਕੇ ਆਪਣੀ ਸ਼ੁਰੂਆਤ ਕੀਤੀ ਸੀ ਅਤੇ 1.5 ਸਾਲ ਬਾਅਦ ਮੈਂ ਇੱਕ ਸੇਫ ਪੋਜੀਸ਼ਨ ਦੇ ਵਿੱਚ ਪਹੁੰਚ ਗਈ ਹਾਂ। ਜ਼ਿੰਦਗੀ ਵਿੱਚ ਆਪਾਂ ਸੋਚਦੇ ਕੁਛ ਹੈ ਅਤੇ ਹੁੰਦਾ ਕੁਛ ਹੋ ਰਹੀ ਹੈ। ਮੈਂ ਬਚਪਨ ਤੋਂ ਇੱਕ ਸੁਪਨਾ ਲੈ ਕੇ ਚੱਲੀ ਸੀ ਕਿ ਮੈਂ ਅਫਸਰ ਬਣਾਂਗੀ, ਪਰ ਕਿਸਮਤ ਨੂੰ ਕੁਛ ਹੋਰ ਹੀ ਮਨਜ਼ੂਰ ਸੀ। ਮੈਂ ਅਫਸਰ ਬਣਨੇ ਨਹੀਂ ਸੀ, ਅਫਸਰ ਬਣਾਉਣੇ ਸੀ। UPSC ਦੀ ਤਿਆਰੀ ਆਪਣੇ ਆਪ ਦੇ ਵਿੱਚ ਇੱਕ ਹੀ ਜਰਨੀ ਹੈ। ਚਾਹੇ ਤੁਸੀਂ UPSC ਕਲੀਅਰ ਨਾ ਕਰ ਪਾਓ, ਪਰ ਇਹ ਤੁਹਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਹੈ। ਸੋਚਿਆ ਤਾਂ ਮੈਂ ਕੁਛ ਹੋਰ ਸੀ, ਪਰ ਹੋਇਆ ਕੁਛ ਹੋਰ ਹੀ। 11th-12th ਵਿੱਚ ਨਾਨ ਮੈਡੀਕਲ ਲਿੱਤਾ ਸੀ। ਪਹਿਲਾਂ ਇਹ ਸੋਚਿਆ ਸੀ ਕਿ ਇੰਜੀਨੀਅਰਿੰਗ ਕਰ ਲਵਾਂਗੀ। ਇੰਜੀਨੀਅਰਿੰਗ ਕਰਕੇ ਸੋਚਿਆ ਸੀ ਕਿ ਵੈਬਸਾਈਟਸ ਬਣਾਵਾਂਗੇ, ਕੁਝ IT ਕੰਪਨੀ 'ਚ ਕੰਮ ਕਰਾਂਗੇ। ਉਹ ਵੀ ਨਹੀਂ ਕੀਤਾ। ਸੋਚਦੇ ਕੁਛ ਹੋਰ ਹੈ ਪਰ ਹੁੰਦਾ ਕੁਛ ਹੋਰ ਹੈ। ਜਦੋਂ ਵੀ ਤੁਸੀਂ ਕੋਈ ਸਟਾਰਟਅਪ ਸ਼ੁਰੂ ਕਰਦੇ ਹੋ ਤਾਂ ਫਾਈਨੈਂਸ਼ੀਅਲ ਚੈਲੰਜਸ ਦੇ ਨਾਲ ਨਾਲ ਐਥੀਕਲ, ਮੋਰਲ ਅਤੇ ਸੋਸਾਈਟਲ ਚੈਲੰਜਸ ਵੀ ਬਹੁਤ ਆਉਂਦੇ ਹੈ। ਪਰ ਸਮਝਦਾਰੀ ਇੱਕੋ ਹੀ ਹੈ ਕਿ ਤੁਸੀਂ ਹਰ ਚੈਲੰਜ ਨੂੰ ਇੱਕ ਲਰਨਿੰਗ ਦੀ ਤਰ੍ਹਾਂ ਲਓ ਅਤੇ ਉੱਥੋਂ ਕੁਝ ਸਿੱਖ ਕੇ ਅੱਗੇ ਵਧਦੇ ਰਹੋ। ਜੇਕਰ ਤੁਹਾਡੇ ਮਨ ਵਿੱਚ ਚਾਹ ਹੈ ਤਾਂ ਰਾਹ ਆਪਣੇ ਆਪ ਬਣ ਜਾਂਦਾ ਹੈ। ਇੰਟੈਲੀਜੈਂਸ ਦੀ ਕਮੀ ਪੰਜਾਬ ਵਿੱਚ ਨਹੀਂ ਹੈ। ਇਸੇ ਧਰਤੀ ਉੱਤੇ ਕਈ ਵੇਦ, ਪੁਰਾਣ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਕਈ ਗ੍ਰੰਥ ਲਿਖੇ ਗਏ ਹਨ। ਆਪਣੇ ਹੁਨਰ ਨੂੰ ਪਹਿਚਾਨੋ, ਆਪਣੇ ਵਿਰਸੇ ਨੂੰ ਸੰਭਾਲੋ ਅਤੇ ਬਾਹਰ ਜਾਣ ਵਾਲੀ ਭੀੜ ਦਾ ਹਿੱਸਾ ਨਾ ਬਣੋ। ਹਰ ਮਾਂ-ਬਾਪ ਸੋਚਦਾ ਹੈ ਕਿ ਮੈਂ ਆਪਣੀ ਧੀ ਦੇ ਵਿਆਹ 'ਤੇ ਇੰਨਾ ਖਰਚਾ ਕਰਾਂਗਾ, ਬਹੁਤ ਧੂਮ-ਧਾਮ ਨਾਲ ਵਿਆਹ ਕਰਾਂਗਾ। ਜੇਕਰ ਉਹੀ ਪੈਸੇ ਤੁਸੀਂ ਉਹਦੀ ਇੱਕ ਸਕਿੱਲ ਬਿਲਡ ਕਰਨ ਦੇ ਵਿੱਚ ਜਾਂ ਉਹਦੀ ਰੋਜ਼ਗਾਰ ਬਣਾਉਣ ਦੇ ਵਿੱਚ ਲਗਾ ਦਿਓ ਤਾਂ ਤੁਸੀਂ ਆਪਣੀ ਉਹੀ ਧੀ ਨੂੰ ਦਾਜ ਦੇ ਰੂਪ ਵਿੱਚ ਇੱਕ ਰੋਜ਼ਗਾਰ ਦੇ ਸਕਦੇ ਹੋ ਜੋ ਉਹਦੀ ਸਾਰੀ ਉਮਰ ਹੈਲਪ ਕਰੂਗੀ ਅਤੇ ਉਹ ਆਪਣੀ ਸਾਰੀ ਉਮਰ ਰਾਜ ਕਰੂਗੀ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।